ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਸਿਆਸਤ ਵਿੱਚ ਲਏ ਜਾਂਦੇ ਫੈਸਲੇ ਸਮੇਂ ਅਨੁਸਾਰ ਵੱਖ-ਵੱਖ ਤਰਾਜੂਆਂ 'ਚ ਤੋਲੇ ਜਾਂਦੇ ਆ। ਅਨਿਲ ਜੋਸ਼ੀ ਪਹਿਲਾ ਫੈਸਲਾ ਕਿਸਾਨੀ ਦੇ ਹੱਕ 'ਚ ਲੈਂਦੇ ਆ, ਉਦੋਂ ਉਹ ਚੈਂਪੀਅਨ ਲੱਗਦੇ ਆ, ਲੇਕਿਨ ਸਮਾਂ ਬਦਲਣ ਨਾਲ ਉਹੀ ਫੈਸਲਾ ਆਪਣੀ ਸਿਆਸੀ ਜ਼ਿੰਦਗੀ ਬਚਾਉਣ ਲਈ ਖੇਡਿਆ ਗਿਆ ਇੱਕ ਦਾ ਲੱਗਣ ਲੱਗਦਾ ਹੈ। ਐਥੀਕਲੀ ਅਨਿਲ ਜੋਸ਼ੀ ਕਿੱਥੇ ਖੜੇ ਨੇ ਕਿ ਬੀਜੇਪੀ ਦੇ ਵਿੱਚ ਉਹ ਸਿੱਧਾ ਅਸਤੀਫਾ ਦੇ ਕੇ ਅਕਾਲੀ ਦਲ 'ਚ ਸ਼ਾਮਲ ਹੁੰਦੇ, ਉਹ ਵੱਖਰਾ ਪਹਿਲੂ ਸੀ। ਇਹਦੇ ਉੱਤੇ ਆਪਾਂ ਗੱਲ ਕਰਾਂਗੇ, ਲੇਕਿਨ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਸੈਸ਼ਨ ਹੋਣਾ ਹੈ, ਅਣਸਰ ਦੀ ਲੋੜ ਹੈ। ਇਹ ਅਗਲੇ ਮਹੀਨੇ ਦੇ ਪਹਿਲੇ ਹਫਤੇ 'ਚ ਡਿਊ ਆ। 26 ਤਰੀਕ ਨੂੰ ਕੈਬਨਿਟ ਦੀ ਬੈਠਕ ਆ, ਉਹਦੇ 'ਚ ਸ਼ਾਇਦ ਫੈਸਲਾ ਹੋ ਜੇ। ਲੇਕਿਨ ਜਿਹੜੇ ਨਵਜੋਤ ਸਿੰਘ ਸਿੱਧੂ ਉਹਦੇ 'ਚ ਮਤੇ ਲਿਆਉਣ ਦੀ ਗੱਲ ਕਰਦੇ ਆ, ਨਸ਼ੇ ਦੇ ਖਿਲਾਫ, ਜਿਹੜੇ ਪਾਵਰ ਪਰਚੇਜ ਐਗਰੀਮੈਂਟ ਉਹਨਾਂ ਦੇ ਖਿਲਾਫ, ਕਿਸਾਨੀ ਹੱਕਾਂ 'ਚ ਜਾਂ ਕਿਸਾਨੀ ਬਿੱਲਾਂ ਦੇ ਖਿਲਾਫ ਜਾਂ ਉਹਨਾਂ ਨੂੰ ਰੱਦ ਕਰਨ ਲਈ, ਇਹ ਬਿੱਲ ਵਿਧਾਨਕ ਤੌਰ ਤੇ ਕਿੰਨੇ ਪ੍ਰਭਾਵਸ਼ਾਲੀ ਹੋਣਗੇ? ਕੀ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ ਬਿੱਲ ਸਰਕਾਰ ਲਈ ਮੈਂਡੇਟਰੀ ਹੁੰਦਾ ਮੰਨਣਾ ਜਾਂ ਰਿਕਮੈਂਡੇਟਰੀ ਹੁੰਦਾ? ਇਹ ਵੀ ਇੱਕ ਵੱਡਾ ਸਵਾਲ ਹੈ। ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨਾਲ, ਜਿਹੜੇ ਕਿ ਬੜੇ ਵਿਦਵਾਨ ਸੱਜਣ ਨੇ, ਉਹਨਾਂ ਨਾਲ ਗੱਲਬਾਤ ਤੋਂ ਬਾਅਦ ਕਈ ਤੱਥ ਕਲੀਅਰ ਹੋਏ। ਇਹਦੇ ਉੱਤੇ ਵੀ ਅੱਗੇ ਜਾਵਾਂਗੇ। ਲੇਕਿਨ ਸੁਖਬੀਰ ਸਿੰਘ ਬਾਦਲ 100 ਦਿਨ ਦੀ ਯਾਤਰਾ ਤੇ ਜਦੋਂ ਨਿਕਲੇ ਤਾਂ ਪੈਂਦਿਆਂ ਹੀ ਦੁਸ਼ਵਾਰੀਆਂ ਆੜੇ ਆ ਗਈਆਂ। ਲੋਕਾਂ ਨੇ ਵਿਰੋਧ ਵੀ ਕੀਤਾ। ਹਾਲਾਂਕਿ ਉਹਨਾਂ ਦੀ ਪਾਰਟੀ ਵਰਕਰਾਂ 'ਚ ਜੋਸ਼ ਹੋਊਗਾ, ਲੇਕਿਨ ਜਿਹੜਾ ਜੋਸ਼ ਲੋਕਾਂ ਨੇ ਸੜਕਾਂ ਤੇ ਵਿਰੋਧ ਵਜੋਂ ਵਿਖਾਇਆ, ਇਹ ਆਉਂਦੇ ਦਿਨੀ ਵਸੀਹ ਹੋਣ ਵਾਲਾ, ਵਿਸਥਾਰ ਲੈਣ ਵਾਲਾ। ਲੇਕਿਨ ਨਵਜੋਤ ਸਿੰਘ ਸਿੱਧੂ ਸਲਾਹਕਾਰਾਂ ਦੀ ਆਪਣੀ ਟੀਮ ਦੇ ਵਿੱਚ ਵਾਧਾ ਕਰ ਰਿਹਾ। ਹੁਣ ਉਹਨਾਂ ਨੇ ਮੀਡੀਆ ਦੇ ਨਜ਼ਰੀਓਂ 2 ਸਲਾਹਕਾਰ ਲਾਏ ਆ। ਤੁਹਾਡੀ ਟਿੱਪਣੀ ਬਿਹਤਰੀਨ ਰਹੂਗੀ, ਉਹ ਵੀ ਲਵਾਂਗੇ। ਮੈਂ ਮੁੜ ਕੇ ਜੇ ਵਾਪਸ ਆਵਾਂ, ਅਨਿਲ ਜੋਸ਼ੀ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਬੀਜੇਪੀ ਦੇ ਖਿਲਾਫ ਸਟੈਂਡ ਲੈਂਦੇ, ਕਿਸਾਨਾਂ ਦੇ ਹੱਕ 'ਚ ਇੰਜ ਲੱਗਿਆ ਕਿ ਕੋਈ ਮਰਦ ਉੱਠਿਆ ਜਿਹਨੇ ਲਲਕਾਰਾ ਮਾਰਿਆ, ਆਪਣੇ ਲੋਕਾਂ ਨੂੰ ਕਿਹਾ ਕਿ ਤੁਹਾਡੀ ਭੂਮਿਕਾ ਠੀਕ ਨਹੀਂ। ਲੇਕਿਨ ਜੇ ਅੱਜ ਉਸੇ ਹੀ ਫੈਸਲੇ ਨੂੰ ਦੇਖਦੇ ਹੋ ਤਾਂ ਇੰਜ ਲੱਗਦਾ ਜਿਵੇਂ ਆਪਣੀ ਸਿਆਸੀ ਪਾਰੀ, ਆਪਣੇ ਸਿਆਸੀ ਜੀਵਨ ਬਚਾਉਣ ਲਈ ਹੋਰ ਕੋਈ ਰਾਹ ਹੀ ਨਹੀਂ ਸੀ ਉਸ ਵੇਲੇ ਇਹ ਸਟੈਂਡ ਲੈਣਾ। ਖੈਰ, ਅਕਾਲੀ ਦਲ ਜੁਆਇਨਿੰਗ ਲਈ ਉਹਨਾਂ ਨੇ ਕਹਿਤਾ ਕਿ ਸਿਆਸਤ ਦੇ ਵਿੱਚ ਇਹੀ ਰਾਹ ਰਸਤੇ ਹੁੰਦੇ ਆ ਕਿ ਲੋਕਾਂ ਨੂੰ ਬੁੱਧੂ ਬਣਾਇਆ ਜਾਂਦਾ ਰਹੂਗਾ ਕਿ ਲੋਕ, ਕਿਉਂਕਿ ਅਸੀਂ ਵੀ ਉਸ ਵੇਲੇ ਸਿਫਤ ਕੀਤੀ ਸੀ ਕਿ ਇਹ ਜੋਸ਼ੀ ਨੇ ਗੱਲ ਕਰਕੇ ਬੀਜੇਪੀ ਨੂੰ ਸ਼ੀਸ਼ਾ ਵਿਖਾਇਆ, ਬੀਜੇਪੀ ਦੀ ਲੀਡਰਸ਼ਿਪ ਨੂੰ, ਪੰਜਾਬ ਦੀ ਲੀਡਰਸ਼ਿਪ ਨੂੰ ਇੱਕ ਆਈਡੀਅਲ ਚਿਹਰਾ ਬਣ ਕੇ ਨਜ਼ਰ ਆਏ ਨੇ ਉਹ। ਲੇਕਿਨ ਅੱਜ ਇੰਜ ਲੱਗਣ ਲੱਗਿਆ ਕਿ ਇਹ ਉਹਨਾਂ ਦੀ ਮੂਵ ਸੀ, ਪੋਲੀਟੀਕਲ ਮੂਵ ਸੀ, ਜਿਹੜੀ ਉਹਨਾਂ ਨੂੰ ਬਹੁਤ ਪੇ ਕਰ ਰਹੀ ਸੀ ਉਦੋਂ। ਲੇਕਿਨ ਅੱਜ ਫਿਰ ਉਹੀ ਸਿਆਸੀ ਕਵਾਇਦ ਜਿਹਦੇ ਵਿੱਚ ਆਮ ਲੋਕਾਂ ਨੂੰ ਥੋੜੀ ਸਮਝ ਵਾਲੇ ਸਮਝ ਕੇ ਆਪਣੇ ਪੈਂਤੜੇ, ਆਪਣੀਆਂ ਰਣਨੀਤੀਆਂ ਅੱਗੇ ਵਧਾਤੀਆਂ ਜਾਂਦੀਆਂ। ਰੰਧਾਵਾ ਜੀ, ਵੈਸੇ ਤੇ ਜਿਹੜਾ ਰਾਜਨੀਤੀ ਦੇ ਵਿੱਚ ਇੱਕ ਦੌਰ ਹੁੰਦਾ ਇਲੈਕਸ਼ਨ ਤੋਂ ਪਹਿਲੇ ਦਾ, ਜਦ ਰਾਜਨੀਤਿਕ ਬਟੇਰਾਂ ਇੱਕ ਪੇੜ ਤੋਂ ਉੜ ਕੇ ਦੂਜੇ ਪੇੜ ਤੇ ਪੈਂਦੀਆਂ ਹੀ ਹੁੰਦੀਆਂ। ਪਰ ਗੱਲ ਤੁਸੀਂ ਅਨਿਲ ਜੋਸ਼ੀ ਦੀ ਕੀਤੀ ਹੈ। ਅਨਿਲ ਜੋਸ਼ੀ ਉਹਨਾਂ ਕੁਝ ਮਹੀਨੇ ਪਹਿਲੇ ਭਾਜਪਾ ਦੇ ਵਿੱਚ ਰਹਿ ਕੇ ਭਾਜਪਾ ਦਾ ਵਿਰੋਧ ਕਰਦੇ ਨੇ, ਇਸ ਕਰਕੇ ਕਿ ਕਿਸਾਨੀ ਸੰਘਰਸ਼ ਦਾ, ਕਿਸਾਨਾਂ ਦੀ ਮੰਗ ਦਾ ਅਗਰ ਭਾਜਪਾ ਛੇਤੀ ਕਿਤੇ ਹੱਲ ਨਹੀਂ ਕਰਦੀ ਤੇ ਭਾਜਪਾ ਨੂੰ ਇਲੈਕਸ਼ਨ ਦੇ ਵਿੱਚ ਨੁਕਸਾਨ ਹੋ ਸਕਦਾ ਹੈ। ਉਹਦੇ ਬਦਲੇ ਆਪਣੀ ਆਵਾਜ਼ ਉਠਾਉਣ ਕਰਕੇ ਅਨਿਲ ਜੋਸ਼ੀ ਨੂੰ ਪਾਰਟੀ ਤੋਂ ਕੱਢ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਇੱਕ ਹੋਰ ਸਿਲਸਿਲਾ ਸ਼ੁਰੂ ਹੁੰਦਾ ਹੈ, ਜਿਹਦੇ ਵਿੱਚ ਕਿਹਾ ਜਾਂਦਾ ਵੀ ਅਨਿਲ ਜੋਸ਼ੀ ਹੋਣਾ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ। ਔਰ ਅਕਾਲੀ ਦਲ ਦੇ ਉਹਨਾਂ ਦੇ ਜੁਆਇਨ ਕਰਨ ਨੂੰ ਰੂਲ ਆਊਟ ਇਸ ਕਰਕੇ ਕੀਤਾ ਜਾਂਦਾ ਸੀਗਾ ਕਿਉਂਕਿ ਅਕਾਲੀ ਦਲ ਦੇ ਵਰਕਰਾਂ ਦੇ ਨਾਲ, ਲੀਡਰਾਂ ਦੇ ਨਾਲ ਉਹਨਾਂ ਦਾ ਹਮੇਸ਼ਾ ਭਾਜਪਾ ਦੇ ਵਿੱਚ ਰਹਿੰਦੇ ਹੋਏ 36 ਦਾ ਆંકੜਾ ਰਿਹਾ ਹੈ। ਤਰਨਤਾਰਨ ਦਾ ਉਹ ਸੀਨ ਯਾਦ ਕਰੋ ਜਦ ਅਨਿਲ ਜੋਸ਼ੀ ਉਹਨਾਂ ਦੇ ਭਰਾ ਦਾ ਤੇ ਅਕਾਲੀ ਵਰਕਰਾਂ ਦਾ ਲਿਟਰਲੀ ਲੜਾਈ ਝਗੜਾ ਡਾਂਗੋ ਡਾਂਗ ਵਾਲਾ ਹੋ ਗਿਆ ਸੀਗਾ। ਉਸ ਤੋਂ ਪਹਿਲੇ ਬਠਿੰਡੇ ਦੇ ਵਿੱਚ ਵੀ ਅਕਾਲੀ ਤੇ ਜਿਹੜੇ ਬੀਜੇਪੀ ਦੇ ਵਰਕਰ ਆਪਸ ਵਿੱਚ ਲੜੇ ਸੀਗੇ। ਉਸ ਤੋਂ ਬਾਅਦ 2017 ਤੋਂ ਪਹਿਲੇ ਇੱਕ ਅਮਿਤ ਸ਼ਾਹ ਦੀ ਲੀਡਰਸ਼ਿਪ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ। ਉਸ ਮੀਟਿੰਗ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਇਸ ਗੱਲ ਦੀ ਪ੍ਰੋੜਤਾ ਅਨਿਲ ਜੋਸ਼ੀ ਉਹਨਾਂ ਕਰਦੇ ਨੇ ਕਿ ਅਕਾਲੀ ਦਲ ਦੇ ਨਾਲ ਅਗਰ ਗਠਬੰਧਨ ਤੋੜ ਕੇ ਭਾਜਪਾ ਇਕੱਲੇ ਲੜਦੀ ਹੈ ਤੇ ਭਾਜਪਾ ਨੂੰ ਚੋਣਾਂ ਦੇ ਵਿੱਚ ਫਾਇਦਾ ਹੋ ਸਕਦਾ ਹੈ। ਹੁਣ ਭਾਜਪਾ ਅਕਾਲੀ ਦਲ ਦਾ ਗਠਬੰਧਨ ਹੈ ਨਹੀਂ। ਅਨਿਲ ਜੋਸ਼ੀ ਉਹਨਾਂ ਆਪਣੀ ਸਿਆਸੀ ਜ਼ਮੀਨ ਦੀ ਤਲਾਸ਼ ਕਰ ਰਹੇ ਸੀਗੇ। ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦੇ ਸ਼ਰੀਕ ਕੁੰਵਰ ਵਿਜੇ ਪ੍ਰਤਾਪ ਦਾ ਸ਼ਾਮਿਲ ਹੋਣਾ ਔਰ
ਅੰਮ੍ਰਿਤਸਰ ਨਾਰਥ ਤੋਂ ਹੀ ਉਹਨਾਂ ਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਮਿਲਣ ਦੀ ਉਮੀਦ ਹੋਣਾ। ਉਸ ਤੋਂ ਬਾਅਦ ਉਹਨਾਂ ਦੇ ਵਾਸਤੇ ਬਚਿਆ ਸੀਗਾ ਅਕਾਲੀ ਦਲ। ਅਕਾਲੀ ਦਲ ਦੇ ਵਿੱਚ ਉਹ 20 ਤਰੀਕ ਨੂੰ ਸ਼ਾਮਿਲ ਹੋ ਰਹੇ ਨੇ। ਪਰ ਜਿਸ ਤਰੀਕੇ ਨਾਲ ਭਾਜਪਾ ਦੇ ਵਿੱਚ ਉਹਨਾਂ ਨੇ ਆਪਣੀ ਆਵਾਜ਼ ਉਠਾਈ ਸੀ, ਉਹ ਤੋਂ ਲੱਗਦਾ ਸੀਗਾ ਕਿ ਵਾਕਈ ਇਹ ਕਿਸਾਨਾਂ ਦੇ ਹਮਦਰਦ ਨੇ ਔਰ ਚਾਹੁੰਦੇ ਨੇ ਕਿ ਕਿਸਾਨੀ ਮੁੱਦਿਆਂ ਦਾ ਹੱਲ ਹੋਏ। ਪਰ ਭਾਜਪਾ ਛੱਡਣ ਤੋਂ ਬਾਅਦ ਅਕਾਲੀ ਦਲ ਦਾ ਦਾਮਨ ਫੜ ਲੈਣਾ ਉਹ ਇੱਕ ਸਿਆਸੀ ਅਪੋਰਚੁਨਿਜ਼ਮ ਲੱਗਦਾ ਹੈ। ਕਾਰਨ ਕਿ ਉਹ ਹੋਰ ਕੋਈ ਕਿਨਾਰੇ, ਹੋਰ ਕੋਈ ਪੇੜ ਨਾ ਮਿਲਣ ਤੋਂ ਬਾਅਦ ਉਸ ਪੇੜ ਤੇ ਹੀ ਵਾਪਸ ਜਾ ਕੇ ਬਹਿ ਜਾਣਾ, ਜਿਹਦੇ ਨਾਲ ਭਾਜਪਾ ਨੂੰ ਤੁਸੀਂ ਗਠਬੰਧਨ ਤੋੜਨ ਵਾਸਤੇ ਰਿਕਮੈਂਡ ਕਰਦੇ ਹੁੰਦੇ ਸੀਗੇ। ਚਲੋ ਇਹ ਤੇ ਸਿਆਸੀ ਚਾਲਾਂ ਹੈਗੀ ਹੈ, ਇਸ ਚਾਲ ਤੋਂ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਏਗਾ। ਪਰ ਇਸ ਮੂਵ ਦੇ ਵਿੱਚ ਜਦ ਕਿਸਾਨ ਅਕਾਲੀ ਦਲ ਦਾ ਵੀ ਉਹਨਾਂ ਹੀ ਵਿਰੋਧ ਕਰ ਰਹੇ ਨੇ ਜਿੰਨਾ ਕੁ ਭਾਜਪਾ ਦਾ ਕਰ ਰਹੇ ਨੇ, ਤੇ ਇੱਦਾਂ ਦੇ ਹਾਲਾਤ ਵਿੱਚ ਅਕਾਲੀ ਦਲ ਦੇ ਵਿੱਚ ਜੁਆਇਨ ਕਰਨ ਤੋਂ ਬਾਅਦ, ਉਹ ਵੀ ਤਦ ਜਦ ਅਕਾਲੀ ਦਲ ਦੀ ਪੂਰਵ ਮੰਤਰੀ ਹਰਸਿਮਰਤ ਕੌਰ ਬਾਦਲ, ਵੱਡੇ ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ ਸ਼ੁਰੂ ਦੇ ਦਿਨਾਂ ਦੇ ਵਿੱਚ ਇਹਨਾਂ ਤਿੰਨਾਂ ਕਾਨੂੰਨਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆਏ ਸੀ। ਬਾਅਦ 'ਚ ਉਹਨਾਂ ਨੇ ਆਪਣਾ ਸਟੈਂਡ ਚੇਂਜ ਕੀਤਾ, ਉਹਨਾਂ ਨੇ ਭਾਜਪਾ ਦੇ ਨਾਲ ਆਪਣਾ ਗਠਬੰਧਨ ਵੀ ਤੋੜਿਆ। ਚਲੋ ਉਹ ਆਪਣੀ ਸ਼ਹੀਦੀ ਨੂੰ ਅੱਗੇ ਭੁਨਾਉਣ ਵਾਸਤੇ ਤਿਆਰ ਤੇ ਹੈਗੇ ਨੇ। ਪਰ ਭਾਜਪਾ ਦੇ ਇਹ ਆਗੂ, ਜਿਹੜੇ ਪੁਰਾਣੇ ਆਗੂ ਭਾਜਪਾ ਦੇ ਹੁੰਦੇ ਸੀ, ਅਨਿਲ ਜੋਸ਼ੀ, ਇਹ ਲੋਕਾਂ ਨੂੰ ਇਹ ਗੱਲ ਸਮਝਾ ਪਾਉਣਗੇ ਕਿ ਅਕਾਲੀ ਦਲ ਇਹਨਾਂ ਤਿੰਨਾਂ ਕਾਨੂੰਨਾਂ ਦੇ ਉੱਤੇ ਪਾਕ ਸਾਫ ਹੈ? ਬੜਾ ਔਖਾ ਹੋਏਗਾ। ਮੈਂ ਸਿਰਫ ਭਾਸਕਰ ਸਾਹਿਬ, ਕਿਸੇ ਨੂੰ ਕੋਈ ਆਪੱਤੀ ਨਹੀਂ ਕਿ ਉਹ ਕਿਸ ਪਾਰਟੀ 'ਚ ਜਾਂਦੇ ਆ। ਇਹ ਉਹਨਾਂ ਦਾ ਹੱਕ ਹਕੂਕ ਹੈ, ਉਹਨਾਂ ਦਾ ਅਧਿਕਾਰ ਖੇਤਰ ਹੈ ਕਿ ਉਹ ਆਪਣੀ ਜ਼ਿੰਦਗੀ ਦਾ, ਸਿਆਸੀ ਜੀਵਨ ਦਾ ਫੈਸਲਾ ਕਰਨ ਕਿ ਉਹਨਾਂ ਨੇ ਕਿਸ ਮੰਚ ਤੋਂ ਆਪਣੀ ਸਿਆਸਤ ਅੱਗੇ ਵਧਾਉਣੀ ਹੈ। ਲੇਕਿਨ ਤੁਸੀਂ ਜਿਹੜਾ ਤਰੀਕਾਕਾਰ ਚੁਣਦੇ ਹੋ, ਕਿਉਂਕਿ ਤੁਸੀਂ ਪਬਲਿਕ ਜੀਵਨ 'ਚੋਂ, ਉਹਦੇ ਨਾਲ ਇੰਜ ਲੱਗਦਾ ਹੈ, ਪਹਿਲੀ ਨਜ਼ਰ ਇੰਜ ਲੱਗਦਾ ਸੀ ਕਿ ਅਨਿਲ ਜੋਸ਼ੀ ਕਿਸਾਨੀ ਦੇ ਸੱਚੇ ਹਮਦਰਦ ਨੇ। ਇਹਨਾਂ ਨੂੰ ਬਹੁਤ ਦਰਦ ਹੋਇਆ, ਆਪਣੀ ਪਾਰਟੀ ਦੇ ਖਿਲਾਫ ਝੰਡਾ ਬੁਲੰਦ ਕਰਤਾ ਹੈ। ਇੰਜ ਲੱਗਦਾ ਹੈ ਕਿ ਇਹ ਸੱਚਮੁੱਚ ਦਿਲ ਤੋਂ, ਰੂਹ ਤੋਂ ਗੱਲ ਕਰ ਰਹੇ ਆ। ਲੇਕਿਨ ਜੇ ਤੁਸੀਂ ਇਹ ਮੂਵ ਸਿਰਫ ਆਪਣੀ ਸਿਆਸੀ ਜ਼ਿੰਦਗੀ ਬਚਾਉਣ ਲਈ ਕਿ ਹੁਣ ਬੀਜੇਪੀ 'ਚ ਕੁਝ ਨਹੀਂ ਬਚਿਆ, ਬੀਜੇਪੀ ਜਿਸ ਸਥਿਤੀ 'ਚ ਚਲੇ ਗਈ ਆ, ਇਹ 6 ਮਹੀਨੇ 'ਚ ਕਾਨੂੰਨ ਵਾਪਸ ਲੈ ਕੇ ਵੀ ਵਾਪਸੀ ਨਹੀਂ ਕਰ ਸਕਦੀ, ਹੁਣ ਇਹਦੇ ਨਾਲ ਤੁਰਨ ਦਾ ਮਤਲਬ ਸਿਆਸੀ ਖੁਦਕੁਸ਼ੀ ਆ, ਤਾਂ ਫਿਰ ਤੁਹਾਨੂੰ ਜਜ਼ਬਾਤ ਲੋਕਾਂ ਦੇ ਨਾਲ ਖੇਡਣ ਨਾਲੋਂ ਚੰਗਾ ਹੁੰਦਾ ਕਿ ਤੁਸੀਂ ਆਪਣੀ ਸਿਆਸੀ ਇਨਿੰਗ ਵੈਸੇ ਹੀ ਭਾਜਪਾ ਤੋਂ ਦੂਜੇ 'ਚ ਸ਼ਿਫਟ ਹੋ ਕੇ ਪੂਰੀ ਕਰ ਲੈਂਦੇ, ਤੁਸੀਂ ਅੱਗੇ ਵਧਾ ਲੈਂਦੇ। ਲੇਕਿਨ ਜਦੋਂ ਤੁਸੀਂ ਇਹ ਅੰਦਰ ਦੀ ਰੂਹਦਾਰੀ ਕਰਦੇ ਹੋ ਤੇ ਫਿਰ ਉਹ ਰੂਹਦਾਰੀ ਨੂੰ ਤੁਸੀਂ ਆਪਣੇ ਹੱਥੀਂ ਕਤਲ ਕਰ ਦਿੰਦੇ ਹੋ। ਉਹ ਇੱਕ ਸਰੋਕਾਰ ਆ, ਕੰਸਰਨ ਆ ਕਿ ਅਨਿਲ ਜੋਸ਼ੀ ਉਸ ਦਰਦ ਨੂੰ ਜੇਬ 'ਚ ਪਾ ਕੇ ਅੱਗੇ ਵੱਧ ਜਾਂਦੇ ਆ ਸਿਆਸਤ ਦੇ ਉਸ ਸਫ਼ਰ ਤੇ ਜਿਹੜਾ ਆਲਰੇਡੀ ਪਹਿਲਾਂ ਉਹ ਕਰਦੇ ਆਏ ਆ। ਉਹ ਅਕਾਲੀ ਦਲ ਬੀਜੇਪੀ ਦੀ ਸਾਂਝੀ ਸਰਕਾਰ 'ਚ ਸੀਗੇ, ਉਦੋਂ ਵੀ ਸੁਖਬੀਰ ਸਿੰਘ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਜੇ ਦੁਬਾਰਾ ਇਹ ਸੱਤਾ ਚਾਹੁੰਦੇ ਆ ਤਾਂ ਫਿਰ ਉਸੇ ਪਰਿਵਾਰ ਨਾਲ ਚੱਲਣਾ ਹੈ। ਫਰਕ ਤਾਂ ਕੋਈ ਪਿਆ ਨਹੀਂ, ਅਸੀਂ ਰਾਹ ਵੀ ਉਹੀ ਚੁਣੇ। ਲੇਕਿਨ ਅਸੀਂ ਲੋਕਾਂ ਨੂੰ ਕੀ ਦਿਖਾ ਕੇ, ਕੀ ਸੱਚਮੁੱਚ ਤੁਸੀਂ ਲੋਕਾਂ ਨੂੰ ਇਵੇਂ ਹੀ ਸਮਝਦੇ ਹੋ? ਇਹ ਵੱਡਾ ਸਵਾਲ ਆ। ਐਥਿਕਸ ਕਿੱਥੇ ਗਏ? ਨੈਤਿਕਤਾ ਦੇ ਨਜ਼ਰੀਓਂ ਮੈਂ ਗੱਲ ਕਰ ਰਿਹਾ ਸੀ, ਚਲੋ ਛੱਡ ਦਿੰਦੇ ਆ। ਉਹਨਾਂ ਦੇ ਨਾਲ ਸੁਖਪਾਲ ਸਿੰਘ ਨੰਨੂ ਦਾ ਜ਼ਿਕਰ ਹੋ ਰਿਹਾ, ਉਹ ਮਾਲਵੇ ਦੇ ਇੱਕ ਖਾਸ ਏਰੀਏ ਦੇ ਵਿੱਚੋਂ ਆ ਰਿਹਾ, ਉਹ ਵੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਬੀਜੇਪੀ ਨਾਲ ਅੱਗੇ ਅੰਦਰ ਬਾਹਰ ਹੁੰਦਾ ਚਿਹਰਾ ਹੈ। ਰਜਿੰਦਰ ਭੰਡਾਰੀ ਦੀ ਗੱਲ ਹੋ ਰਹੀ ਆ। ਲੇਕਿਨ ਮੈਂ ਥੋੜਾ ਜਿਹਾ ਅੱਗੇ ਆਉਣਾ, ਆਪਾਂ ਛੱਡ ਦਿੰਨੇ, ਇਹ ਇਹਨਾਂ ਦੇ ਆਪਣੇ ਫੈਸਲੇ। ਭਾਸਕਰ ਸਾਹਿਬ, ਜਦੋਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਆਊਗਾ, ਲੋਕਾਂ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ ਕਿ ਨਵਜੋਤ ਸਿੰਘ ਸਿੱਧੂ ਹਰ ਮੰਚ ਤੋਂ ਕਹਿ ਰਹੇ ਸੀ ਕਿ ਜੇ ਕੈਪਟਨ ਸਾਹਿਬ ਇਹਨਾਂ 3-4 ਮੁੱਦਿਆਂ ਤੇ ਕੁਝ ਨਹੀਂ ਕਰਦੇ ਤਾਂ ਫਿਰ ਐਮਐਲਏ ਕਰ ਦੇਣਗੇ। ਐਮਐਲਏਸ ਲਈ ਸਭ ਤੋਂ ਢੁਕਵਾਂ ਮੰਚ ਤੇ ਇੱਜ਼ਤ ਵਾਲਾ ਮੰਚ, ਜਿਹਨੂੰ ਉਹ ਮੰਦਰ ਵੀ ਕਹਿੰਦੇ ਆ ਵਿਧਾਨ ਦਾ, ਦੇਸ਼ ਦਾ, ਤੇ ਉਹਦੇ ਵਿੱਚ ਐਮਐਲਏਸ ਕੋਲ ਹੱਕ ਹਕੂਕ ਹੁੰਦੇ ਆ ਆਪਣੀ ਗੱਲ ਰੱਖਣ, ਮਤੇ ਦੇ ਰੂਪ ਦੇ ਵਿੱਚ ਉਹਨੂੰ ਸਮੁੱਚੇ ਤੌਰ ਤੇ ਕਾਨੂੰਨ ਦੇ ਅੱਗੇ ਲੈ ਆਓ। ਮੈਂ ਇਸੇ ਸਬੰਧ ਦੇ ਵਿੱਚ ਜਦੋਂ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ, ਬਹੁਤ ਵਿਦਵਾਨ ਨੇ, ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਕਿਤਾਬ ਰਿਲੀਜ਼ ਹੁੰਦੀ ਦੇਖੀ ਜਿਹਦੇ ਵਿੱਚ ਜਦੋਂ ਦੀ ਪੰਜਾਬ ਦੀ ਵਿਧਾਨ ਸਭਾ ਗਠਿਤ ਹੋਈ ਹੈ ਉਸ ਤੋਂ ਬਾਅਦ ਦੇ ਜਿੰਨੇ ਸਪੀਕਰਸ ਦੇ ਵਧੀਆ ਫੈਸਲੇ ਸੀ, 1952 ਤੋਂ ਹੁਣ ਤੱਕ ਦੇ ਜਿੰਨੇ ਸਪੀਕਰ ਹੋਏ ਆ, ਜਿਹੜੇ ਉਹਨਾਂ ਨੇ ਬਹੁਤ ਵਧੀਆ ਫੈਸਲੇ ਕੀਤੇ ਆ ਵਿਧਾਨ ਸਭਾ ਦੇ ਵਿੱਚ, ਉਹਨਾਂ ਦਾ ਸੰਗ੍ਰਹਿ ਆ। ਸੋ ਇਹੋ ਜਿਹੇ ਵਿਅਕਤੀ ਕੋਲੇ ਸਮਝ ਬਹੁਤ ਹੁੰਦੀ। ਮੈਂ ਉਹਨਾਂ ਨੂੰ ਪੁੱਛਿਆ ਕਿ ਜੇ ਮੰਨ ਲਓ ਇਹ ਮਤੇ ਕੋਈ ਇਸ ਤਰ੍ਹਾਂ ਦੇ ਆਉਂਦੇ ਆ ਤਾਂ ਸਰਕਾਰ ਇਹਨਾਂ ਨੂੰ ਮੰਨਣ ਲਈ ਪਾਬੰਦ ਹੁੰਦੀ ਹੈ? ਉਹਨਾਂ ਨੇ ਬੜਾ ਸਾਫ਼ ਕਿਹਾ ਕਿ ਇਹ ਰਿਕਮੈਂਡੇਸ਼ਨਸ ਹੁੰਦੀਆਂ ਨੇ, ਇਹ ਸਿਫਾਰਿਸ਼ ਵਾਂਗ ਹੀ ਹੁੰਦੇ ਆ,
ਇਹ ਮਤੇ ਸਰਕਾਰ ਨੂੰ ਚਲੇ ਜਾਂਦੇ ਆ, ਸਰਕਾਰ ਨੇ ਐਕਸ਼ਨ ਟੇਕਨ ਰਿਪੋਰਟ ਸਬਮਿਟ ਕਰਨੀ ਹੁੰਦੀ ਆ, ਕਈ ਮਾਮਲਿਆਂ 'ਚ ਹੋ ਜਾਂਦੀ ਹੈ, ਕਈ ਮਾਮਲਿਆਂ 'ਚ ਨਹੀਂ ਹੁੰਦੀ। ਮਤਲਬ ਇਹਦੇ ਲਈ ਉਹਨਾਂ ਦਾ ਮੰਨਣ ਦੀ ਪਾਬੰਦੀ ਕੋਈ ਨਹੀਂ, ਮੈਂਡੇਟਰੀ ਨਹੀਂ, ਰਿਕਮੈਂਡੇਟਰੀ ਹੈ। ਸੋ ਮੈਨੂੰ ਇੰਝ ਲੱਗਦਾ ਕਿ ਸਿੱਧੂ ਸਾਹਿਬ ਅਗਲੇ ਦਿਨਾਂ 'ਚ ਜੇ ਇਹ ਮੂਵ ਲੈਂਦੇ ਆ ਤੇ ਵਿਧਾਨਕ ਤੌਰ ਤੇ ਸੰਵਿਧਾਨਕ ਤੌਰ ਤੇ ਵੀ ਕਈ ਪਚੜੇ ਹੋਣਗੇ। 26 ਨੂੰ ਮੁੱਖ ਮੰਤਰੀ ਸਾਹਿਬ ਨੇ ਕੈਬਨਿਟ ਦੀ ਮੀਟਿੰਗ ਬੁਲਾਈ ਆ, ਹੋ ਸਕਦਾ ਉਸ ਦਿਨ ਕੋਈ ਸਤੰਬਰ ਦੇ ਪਹਿਲੇ ਹਫਤੇ ਦੀ ਡੇਟ ਡਿਸਾਈਡ ਹੋ ਜੇ ਮਾਨਸੂਨ ਸੈਸ਼ਨ ਦੀ, ਕਿਉਂਕਿ ਉਹ ਅਨਸਰ ਦੀ ਲੋੜ ਆ, ਸੰਵਿਧਾਨਕ ਲੋੜ ਆ। ਖੈਰ ਮੈਨੂੰ ਇਹ ਤੇ ਦੱਸਿਓ ਕਿ ਹੁਣ ਅਗਲੇ ਰਾਹ ਕੀ ਬਚਣਗੇ ਇਸ ਲੜਾਈ 'ਚ, ਜੇ ਮੁੱਦਿਆਂ ਦੀ ਰਾਜਨੀਤੀ ਵਿਧਾਨ ਸਭਾ 'ਚ ਅੰਦਰ ਹੀ ਲੜੀ ਜਾਂਦੀ ਆ, ਕਾਂਗਰਸ ਦੇ ਨਾਲ ਸਿੱਧਾ ਹੋ ਜਾਂਦਾ ਹੈ, ਜਾਂ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਕਾਂਗਰਸੀ ਮਤਾ ਲੈ ਆਉਂਦੇ ਆ ਤੇ ਸਰਕਾਰ ਤੇ ਪ੍ਰੈਸ਼ਰ ਹੋਊਗਾ। ਨਾਰਮਲੀ ਰੰਧਾਵਾ ਜੀ, ਕਿਸੇ ਵੀ ਅਸੈਂਬਲੀ ਸੈਸ਼ਨ, ਪਾਰਲੀਮੈਂਟ ਸੈਸ਼ਨ ਤੋਂ ਪਹਿਲੇ ਹਮੇਸ਼ਾ ਇਹ ਡਰ ਹੁੰਦਾ ਹੈ ਕਿ ਆਪੋਜੀਸ਼ਨ ਪਾਰਟੀ ਸੈਸ਼ਨ ਨੂੰ ਨਹੀਂ ਚੱਲਣ ਦੇਗੀ। ਐਤਕੀ ਪੰਜਾਬ ਦੇ ਵਿੱਚ ਪਹਿਲੀ ਵਾਰ ਹੈ ਕਿ ਸੈਸ਼ਨ ਬੁਲਾਇਆ ਜਾ ਰਿਹਾ ਹੈ, ਔਰ ਸੈਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਡਰ ਇਸ ਗੱਲ ਦਾ ਹੈ ਕਿ ਆਪਣੀ ਹੀ ਰੂਲਿੰਗ ਪਾਰਟੀ ਦੇ ਐਮਐਲਏ ਕੁਝ ਰੈਜ਼ੋਲੂਸ਼ਨਸ ਲਿਆ ਸਕਦੇ ਨੇ, ਔਰ ਉਹ ਰੈਜ਼ੋਲੂਸ਼ਨਸ ਦੀ ਧਮਕੀ, ਉਸ ਰੈਜ਼ੋਲੂਸ਼ਨ ਦੀ ਗੱਲ ਕੌਣ ਕਰਦੇ ਨੇ? ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ। ਉਹ ਕਹਿੰਦੇ ਨੇ ਜੇ ਕਿਤੇ ਲਿਫਾਫਿਆਂ ਖੋਲ੍ਹਣ ਦੀ ਗੱਲ ਨਹੀਂ ਹੋਈ, ਯਾਨੀ ਜਿਹੜੇ ਲਿਫਾਫੇ ਹਾਈ ਕੋਰਟ ਦੇ ਵਿੱਚ ਬੰਦ ਪਏ ਨੇ, ਉਹਨਾਂ ਲਿਫਾਫਿਆਂ ਨੂੰ ਅਸੈਂਬਲੀ ਸੈਸ਼ਨ ਤੋਂ ਪਹਿਲੇ ਨਹੀਂ ਖੋਲ੍ਹਿਆ ਗਿਆ, ਤੇ ਫਿਰ ਵਿਧਾਨ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਲੈ ਕੇ ਆਇਆ ਜਾਏਗਾ, ਜਿਹਦੇ ਵਿੱਚ ਤਕਰੀਬਨ ਸਾਰੇ ਐਮਐਲਏ, ਜਿੰਨੇ ਵੀ ਐਮਐਲਏ ਉੱਥੇ ਮੌਜੂਦ ਹੋਣਗੇ, ਉਹਨੂੰ ਪਾਸ ਕਰਨਗੇ, ਤੇ ਸਰਕਾਰ ਵਾਸਤੇ ਮਜਬੂਰੀ ਬਣ ਜਾਏਗੀ ਕਿ ਇਹਨਾਂ ਰੈਜ਼ੋਲੂਸ਼ਨ ਦੇ ਉੱਤੇ ਉਹ ਐਕਟ ਕਰਨ। ਪਰ ਦੂਜੇ ਪਾਸੇ ਜਦ ਗੱਲ ਰਾਣਾ ਕੇਪੀ ਸਿੰਘ ਜੀ ਨਾਲ ਹੁੰਦੀ ਹੈ ਤੇ ਉਹ ਕਹਿੰਦੇ ਨੇ ਕਿ ਰੈਜ਼ੋਲੂਸ਼ਨ ਤੇ ਅਸੈਂਬਲੀ ਦੇ ਵਿੱਚ ਪਾਸ ਹੋ ਸਕਦਾ ਹੈ, ਪਰ ਸਰਕਾਰ ਦੀ ਇਹ ਮਜਬੂਰੀ ਨਹੀਂ ਹੋ ਸਕਦੀ ਕਿ ਉਸ ਰੈਜ਼ੋਲੂਸ਼ਨ ਦੇ ਉੱਤੇ ਉਹ ਜ਼ਰੂਰੀ ਤੌਰ ਤੇ, ਲਾਜ਼ਮੀ ਤੌਰ ਤੇ ਕੋਈ ਐਕਟ ਕਰਨ। ਚਲੋ ਇਹ ਫਿਰ ਇੱਕ ਜਨਮ ਦਿੰਦੀ ਹੈ ਜਿਹੜੀ ਟਕਰਾਵ ਦੀ ਰਾਜਨੀਤੀ। ਰੈਜ਼ੋਲੂਸ਼ਨ ਪਾਸ ਹੁੰਦਾ ਹੈ, ਸਰਕਾਰ ਉੱਤੇ ਐਕਟ ਨਹੀਂ ਕਰਦੀ, ਜਿੱਦਾਂ ਸਰਕਾਰ ਪਹਿਲੇ ਐਕਟ ਨਹੀਂ ਕਰ ਰਹੀ, ਤੇ ਫਿਰ ਟਕਰਾਵ ਜਿਹੜਾ ਥੰਮਣ ਦੇ ਚਾਂਸਸ ਹੈਗੇ ਨੇ, ਜਿਹੜਾ ਰੁਕਣ ਦੇ ਚਾਂਸਸ ਹੈਗੇ ਨੇ, ਉਹ ਟਕਰਾਵ ਇੱਕ ਸਟੈਪ ਹੋਰ ਅੱਗੇ ਵੱਧ ਜਾਂਦਾ ਹੈ। ਦੂਜਾ, ਪੀਪੀਏ ਐਗਰੀਮੈਂਟ, ਪਾਵਰ ਪਰਚੇਜ਼ ਐਗਰੀਮੈਂਟ ਨੂੰ ਰੱਦ ਕਰਨ ਵਾਸਤੇ ਵੀ ਲੈਜਿਸਲੇਸ਼ਨ ਲਿਆਉਣ ਦੀ ਗੱਲ ਚੱਲਦੀ ਹੈ। ਜੇ ਉਹ ਲੈਜਿਸਲੇਸ਼ਨ ਅਸੈਂਬਲੀ ਦੇ ਵਿੱਚ ਨਹੀਂ ਲਿਆਇਆ ਜਾਂਦਾ ਤੇ ਸਿੱਧੂ ਉਹਨਾਂ ਦੀ ਨਾਰਾਜ਼ਗੀ ਫਿਰ ਸੜਕਾਂ ਤੇ ਆਉਂਦੀ ਹੈ। ਤੀਜਾ, ਬੇਅਦਬੀਆਂ ਦੇ ਮੁੱਦੇ ਤੇ ਕੀ ਹੋਇਆ ਕੀ ਨਹੀਂ ਹੋਇਆ, ਇਹਦਾ ਹਿਸਾਬ ਕਿਤਾਬ ਵੀ ਮੰਗਣ ਦੀ ਕੋਸ਼ਿਸ਼ ਅਸੈਂਬਲੀ ਦੇ ਵਿੱਚ ਕੀਤੀ ਜਾਏਗੀ। ਯਾਨੀ ਕਾਂਗਰਸ ਦੀ ਜਿਹੜੀ ਆਪਣੀ ਕਾਰਗੁਜ਼ਾਰੀ ਹੈ, ਜਿਹੜੀ ਕਾਂਗਰਸ ਦੀ ਆਰਗੇਨਾਈਜੇਸ਼ਨ ਹੈ, ਪੀਪੀਸੀਸੀ ਹੈ, ਜੇ ਮੁੱਖ ਮੰਤਰੀ ਨਾਲ ਬੈਠ ਕੇ ਇਹਨਾਂ ਮੁੱਦਿਆਂ ਦੇ ਉੱਤੇ ਕੋਈ ਸਟ੍ਰੈਟਜੀ ਬਣਾਏ, ਗੱਲ ਕਰੇ, ਔਰ ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਲਿਆਉਣ ਦੀ ਬਜਾਏ ਇਹਨਾਂ ਤਿੰਨਾਂ ਮੁੱਦਿਆਂ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਨਜ਼ਰ ਆਏ ਵਿਧਾਨ ਸਭਾ ਤੋਂ ਪਹਿਲੇ, ਵਿਧਾਨ ਸਭਾ ਦੇ ਵਿੱਚ ਐਕਟ ਬਣਾਉਣ ਦਾ ਕੰਮ ਆਏ, ਬਿੱਲ ਲੈ ਕੇ ਆਏ, ਔਰ ਉਹਦੇ ਉੱਤੇ ਐਕਸ਼ਨ ਹੋਏ। ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਕੋਆਰਡੀਨੇਸ਼ਨ ਜਿਹੜੀ ਸਾਰੀ ਸਰਕਾਰਾਂ ਆਪੋਜੀਸ਼ਨ ਨਾਲ ਬਣਾਉਂਦੀ ਹੁੰਦੀ ਹੈ ਕਿਸੇ ਵੀ ਸੈਸ਼ਨ ਤੋਂ ਪਹਿਲੇ, ਉਹ ਕੋਆਰਡੀਨੇਸ਼ਨ ਹੁਣ ਆਪਣੀ ਹੀ ਪਾਰਟੀ ਦੇ ਵਿੱਚ ਸੰਗਠਨ ਨਾਲ, ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਬਣਾਉਣਾ ਚਾਹੀਦਾ ਹੈ, ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਵੀ ਬਣਾਉਣਾ ਚਾਹੀਦਾ, ਤਾਂ ਕਿ ਸਰਕਾਰ ਦੀ ਰੂਲਿੰਗ ਪਾਰਟੀ ਦੀ ਲੜਾਈ ਅਸੈਂਬਲੀ ਦੇ ਵਿੱਚ ਹੁੰਦੇ ਹੋਏ ਸੜਕਾਂ ਤੇ ਨਾ ਆ ਜਾਏ। ਇਸ ਗੱਲ ਦਾ ਖਿਆਲ ਦੋਨੋਂ ਧਿਰਾਂ ਨੂੰ ਰੱਖਣ ਦੀ ਲੋੜ ਹੈਗੀ ਹੈ। ਪਰ ਜੋ ਕੁਝ ਵੀ ਹੋਏਗਾ ਐਤਕੀ ਅਸੈਂਬਲੀ ਸੈਸ਼ਨ ਦੇ ਵਿੱਚ, ਇਹ ਬੜਾ ਇੰਟਰਸਟਿੰਗ ਹੋਏਗਾ ਕਿ ਰੂਲਿੰਗ ਪਾਰਟੀ ਅਗਰ ਕੋਈ ਰੈਜ਼ੋਲੂਸ਼ਨ ਲਿਆਂਦੀ ਹੈ, ਆਪੋਜੀਸ਼ਨ ਤੇ ਪਹਿਲੇ ਹੀ ਚਾਹਦੀ ਹੈ ਵੀ ਇਹਨਾਂ ਮੁੱਦਿਆਂ ਦੇ ਉੱਤੇ ਐਕਸ਼ਨ ਹੋਏ, ਔਰ ਆਪੋਜੀਸ਼ਨ ਦਾ ਕੀ ਰੋਲ ਹੁੰਦਾ ਹੈ, ਖਾਸ ਕਰਕੇ ਅਕਾਲੀ ਦਲ ਦਾ, ਜਦ ਲਿਫਾਫਿਆਂ ਨੂੰ ਖੋਲ੍ਹਣ ਵਾਸਤੇ ਕੋਈ ਰੈਜ਼ੋਲੂਸ਼ਨ ਅਸੈਂਬਲੀ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ, ਉਸ ਦੇ ਉੱਤੇ ਅਕਾਲੀ ਦਲ ਉਹਨੂੰ ਅਪੋਜ਼ ਕਰਦਾ, ਸਪੋਰਟ ਕਰਦਾ। ਇਹ ਵੀ ਇੱਕ ਬੜੀ ਦਿਲਚਸਪ ਸਥਿਤੀ ਹੋਏਗੀ ਜਿਹੜੀ ਵਿਧਾਨ ਸਭਾ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਭਾਸਕਰ ਸਾਹਿਬ, ਜਦੋਂ ਸਪੀਕਰ ਸਾਹਿਬ ਦਾ ਜ਼ਿਕਰ ਕਰਦੇ ਆ ਤਾਂ ਉਹ ਕਿਸੇ ਗਵਰਨਮੈਂਟ ਨੂੰ ਡਿਪੈਂਡ ਨਹੀਂ ਕਰ ਰਹੇ ਕਿ ਗਵਰਨਮੈਂਟ ਦੀ ਮਜਬੂਰੀ ਨਹੀਂ ਮੰਨਣਾ। ਉਹ ਜਿਹੜੀ ਰੂਲ ਬੁੱਕ ਹੁੰਦੀ ਆ ਉਹਦੇ ਹਿਸਾਬ ਨਾਲ ਮੈਨੂੰ ਦੱਸ ਰਹੇ ਸੀਗੇ ਕਿ ਇਹ ਜਿਹੜੇ ਮਤੇ ਹੁੰਦੇ ਆ ਇਹ ਗਵਰਨਮੈਂਟ ਨੂੰ ਜਾਂਦੇ ਆ, ਲੇਕਿਨ ਗਵਰਨਮੈਂਟ ਤੇ ਐਕਸ਼ਨ ਟੇਕਨ ਰਿਪੋਰਟ ਭੇਜਦੀ ਆ। ਕਈਆਂ 'ਚ ਆਉਂਦੀ ਹੈ ਜਿਹੜਾ ਉਹਨਾਂ ਦਾ ਅਨੁਭਵ ਹੈ, ਕਈਆਂ ਦੇ ਵਿੱਚ ਨਹੀਂ ਆਉਂਦੀ। ਲੇਕਿਨ ਇਹ ਸਰਕਾਰ ਲਈ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਇਹਨੂੰ ਮੰਨੇ ਜਾਂ ਇਹਨੂੰ ਮੰਨਣਾ ਹੀ ਹੋਊਗਾ। ਜੋ ਰਵਾਇਤ ਆ, ਜੋ ਟ੍ਰੈਡੀਸ਼ਨ ਹੈ, ਉਹਦਾ ਜ਼ਿਕਰ ਹੋ ਰਿਹਾ। ਦੂਜੇ ਪਾਸੇ ਤੁਸੀਂ ਬਿਲਕੁਲ ਰੰਧਾਵਾ ਜੀ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਉਹ ਰੂਲ ਬੁੱਕ ਦੇ ਹਿਸਾਬ ਨਾਲ, ਤੇ ਰੂਲ ਬੁੱਕ ਇਹੀ ਕਹਿੰਦੀ ਹੈ ਜਿਹੜਾ ਸਪੀਕਰ ਸਾਹਿਬ ਦੱਸ ਰਹੇ ਨੇ। ਪਰ ਹੁੰਦਾ ਕੀ ਹੈ ਕਿ ਜਦ ਕੋਈ ਮੁੱਦਾ, ਇਸ਼ੂ ਇੱਕ ਹਾਈਪ ਕ੍ਰੀਏਟ ਹੋ ਜਾਂਦਾ, ਜਿਹਦੇ ਕਰਕੇ ਉਹਦੇ ਉੱਤੇ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਹੀ ਪੈਂਦਾ। ਜੇ ਸਰਕਾਰ ਕੁਝ ਨਹੀਂ ਕਰਦੀ
ਤੇ ਫਿਰ ਸਰਕਾਰ ਵਾਸਤੇ ਵੀ ਮੁਸ਼ਕਿਲਾਂ ਖੜੀ ਹੋ ਜਾਂਦੀ ਹੈ, ਕਿਉਂਕਿ ਆਪਣੀ ਹੀ ਪੋਲੀਟੀਕਲ ਪਾਰਟੀ ਦੇ ਰੂਲਿੰਗ ਪਾਰਟੀ ਦੇ ਐਮਐਲਏ ਕਿਸੇ ਰੈਜ਼ੋਲੂਸ਼ਨ ਨੂੰ ਪਾਸ ਕਰਨ ਔਰ ਉਸ ਰੈਜ਼ੋਲੂਸ਼ਨ ਦੇ ਸਰਕਾਰ ਕੋਈ ਕਾਰਵਾਈ ਨਾ ਕਰੇ ਤੇ ਸਰਕਾਰ ਵਾਸਤੇ ਵੀ ਬੜੀ ਇੱਕ ਬੜੀ ਡਿਫਿਕਲਟ ਪੋਜੀਸ਼ਨ ਸਥਿਤੀ ਹੋ ਜਾਂਦੀ ਹੈ, ਜਿਹਦੇ ਕਰਕੇ ਉਹਨਾਂ ਦੇ ਵਾਸਤੇ ਵੀ ਫੇਸ ਸੇਵਿੰਗ ਔਖੀ ਹੋ ਜਾਂਦੀ ਹੈ। ਰੂਲ ਬੁੱਕ ਭਾਵੇਂ ਇਹ ਗੱਲ ਕਹਿੰਦੀ ਹੋਏ ਕਿ ਕਿਸੇ ਵੀ ਰੈਜ਼ੋਲੂਸ਼ਨ ਦੇ ਉੱਤੇ ਸਰਕਾਰ ਐਕਸ਼ਨ ਟੇਕਨ ਰਿਪੋਰਟ ਦੇ ਜਾਂ ਨਾ ਦੇ, ਉਹਦੇ ਉੱਤੇ ਉਹਨਾਂ ਨੂੰ ਸਰਕਾਰ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ। ਜੇ ਸਰਕਾਰ ਨਹੀਂ ਕਰਦੀ ਤਾਂ ਵੀ ਇਸ ਮੁੱਦੇ ਤੇ ਖਾਸ ਕਰਕੇ ਲਿਫਾਫੇ ਖੁੱਲਣ ਵਾਲੇ ਮੁੱਦੇ ਦੇ ਉੱਤੇ ਸਰਕਾਰ ਬੁਰੇ ਤਰੀਕੇ ਨਾਲ ਐਕਸਪੋਜ਼ ਹੁੰਦੀ ਹੈ। ਅਲਟੀਮੇਟਲੀ ਸਰਕਾਰ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਵਾਸਤੇ ਪਬਲਿਕ ਪਰਸੈਪਸ਼ਨ ਬਹੁਤ ਮਾਇਨੇ ਰੱਖਦੀ ਹੈ, ਔਰ ਪਬਲਿਕ ਪਰਸੈਪਸ਼ਨ ਦੇ ਵਿੱਚ ਸਰਕਾਰ ਕਿਸੇ ਨਾ ਕਿਸੇ ਜਗ੍ਹਾ ਦੋਸ਼ੀ ਕਰਾਰ ਦਿੱਤੀ ਜਾ ਸਕਦੀ ਹੈ। ਬਿਲਕੁਲ ਠੀਕ ਹੈ। ਪੰਜਾਬ ਦੇ ਮੁੱਦੇ ਨੇ ਔਰ ਪੰਜਾਬ ਦੇ ਮੁੱਦੇ 2015 ਤੋਂ ਬੇਅਦਬੀ ਦੇ ਅਟਕੇ ਪਏ ਨੇ। ਕਿਸੇ ਵਿਅਕਤੀ ਵਿਸ਼ੇਸ਼ ਦੀ ਗੱਲ ਹੋਵੇ ਤਾਂ ਗੱਲ ਵੱਖਰੀ ਹੈ, ਲੇਕਿਨ ਜਦੋਂ ਧਾਰਮਿਕ ਇਸ਼ਟ ਦਾ ਜ਼ਿਕਰ ਆਉਂਦਾ ਹੈ, ਜਦੋਂ ਧਾਰਮਿਕ ਭਾਵਨਾਵਾਂ ਦੀ ਗੱਲ ਆਉਂਦੀ ਹੈ ਤਾਂ ਉਹ ਸਭ ਤੋਂ ਸੁਪਰੀਮ ਹੋ ਜਾਂਦੀਆਂ। ਪੰਜਾਬ ਦੇ ਵਿੱਚ ਅਕਾਲੀ ਰਾਜ ਸੀ, ਪੰਜਾਬ ਦੀਆਂ ਸੜਕਾਂ ਜਾਮ ਹੋ ਕੇ ਰਹਿ ਗਈਆਂ ਸੀ, ਪੰਜਾਬ ਦੇ ਦਰਿਆਵਾਂ ਦੇ ਪੁਲਾਂ ਦੇ ਉੱਤੋਂ ਲਾਂਘਾ ਬੰਦ ਹੋ ਗਿਆ ਸੀ। ਮੈਨੂੰ ਯਾਦ ਹੈ ਮੈਂ ਦੂਰਦਰਸ਼ਨ ਡਿਊਟੀ ਲਈ ਜਾਂਦਾ ਹੁੰਦਾ ਸੀ ਤੇ ਅਕਸਰ ਸਾਡੇ ਪ੍ਰੋਗਰਾਮ ਜਿਹੜੇ ਆ ਉਹ ਫਾਰ ਦਾ ਟਾਈਮ ਬੀਇੰਗ ਕਿਸੇ ਹੋਰ ਤੋਂ ਜਿਹੜੇ ਵੈਲ ਪਲੈਨਡ ਹੁੰਦੇ ਸੀ 2-2 3-3 ਪਹਿਲਾਂ, ਉਹ ਤੁਹਾਨੂੰ ਲੋਕਲ ਲੋਕਾਂ ਤੋਂ ਉਹਨਾਂ ਨੂੰ ਸਰਵਿਸਿਜ਼ ਲੈਣੀਆਂ ਪੈਂਦੀਆਂ ਸੀ। ਪੰਜਾਬ ਦੇ ਵਿੱਚ ਅਕਾਲੀ ਲੀਡਰਸ਼ਿਪ ਦਾ ਘਰਾਂ ਤੋਂ ਬਾਹਰ ਨਿਕਲਣਾ ਮੁਹਾਲ ਹੋ ਗਿਆ ਸੀ। ਅੱਜ ਵੀ ਉਹ ਮਸਲੇ ਜਿਉਂ ਦੇ ਤਿਉਂ ਖੜੇ ਆ। ਲੋਕ ਸਵਾਲ ਪੁੱਛਦੇ ਆ ਕਿ ਆਖਰ ਅਸੀਂ ਕਿਸ ਦੌਰ 'ਚ ਜੀ ਰਹੇ ਹਾਂ। ਤੁਸੀਂ ਠੀਕ ਕਹਿ ਰਹੇ ਹੋ, ਇਹਨਾਂ ਨੂੰ ਐਡਰੈਸ ਕਰਨਾ ਹੀ ਪੈਣਾ, ਕਿਸੇ ਵੀ ਪੱਧਰ ਤੇ ਕਰਨਾ ਪੈਣਾ, ਭਾਵੇਂ ਵਿਧਾਨ ਸਭਾ ਹੋਵੇ ਜਾਂ ਸਰਕਾਰ ਦੀ ਮਸ਼ੀਨਰੀ ਹੋਵੇ, ਕੋਰਟਾਂ ਹੋਣ। ਲੇਕਿਨ ਅਫਸੋਸ ਕਿ ਅਜੇ ਤੱਕ ਡੰਗ ਟਪਾਈ ਹੈ, ਅਜੇ ਤੱਕ ਉਵੇਂ ਹੀ ਚੱਲਿਆ ਜਾ ਰਿਹਾ। ਮੈਨੂੰ ਜ਼ਰੂਰ ਦੱਸ ਦਿਓ ਕਿ ਸਿੱਧੂ ਸਾਹਿਬ ਨੇ 2 ਸਲਾਹਕਾਰ ਹੋਰ ਲਾਤੇ ਆ ਕੈਪਟਨ ਸਾਹਿਬ ਨੇ ਤਾਂ 2 ਚੇਅਰਮੈਨ ਹਟਾ ਦਿੱਤੇ ਸੀ ਪਰਸੋਂ ਕੇ ਕੱਲ, ਉਹਦੇ ਨਾਲ ਰੌਲਾ ਪੈ ਗਿਆ। ਮਾਝਾ ਬ੍ਰਿਗੇਡ ਟੇਢੀ ਹੋਈ ਫਿਰਦੀ ਆ। ਉਧਰ ਹਰੀਸ਼ ਰਾਵਤ ਨੇ ਵੀ ਕੁਝ ਤੇਵਰ ਜੇ ਦਿਖਾਏ ਆ ਕਿ ਪੰਜਾਬ ਸਿਆਸਤ ਦੇ ਵਿੱਚ ਸਭ ਅੱਛਾ ਨਹੀਂਗਾ। ਲੇਕਿਨ ਵੇਖਣ ਵਾਲੀ ਗੱਲ ਹੋਊਗੀ 23-24 ਨੂੰ ਸ਼ਾਇਦ ਹਰੀਸ਼ ਰਾਵਤ ਇੱਥੇ ਵਿਜ਼ਿਟ ਕਰ ਰਹੇ ਆ ਪੰਜਾਬ ਦੇ ਵਿੱਚ। ਅਜੇ ਤੱਕ ਕੋਈ ਇਸ ਤਰ੍ਹਾਂ ਦਾ ਮੈਕੈਨਿਜ਼ਮ ਨਹੀਂ ਬਣਿਆ ਜਿਹੜਾ ਸਿੱਧੂ ਔਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਸਹਿਮਤੀ ਬਣਾ ਸਕੇ। ਟਕਰਾਅ ਦਿਨੋਂ ਦਿਨ ਵੱਧ ਰਿਹਾ। ਸਿੱਧੂ ਸਾਹਿਬ ਨੇ ਸਲਾਹਕਾਰ ਲਾਤੇ ਆ, ਇੱਕ ਪਹਿਲੇ ਸਲਾਹਕਾਰ ਦਾ ਵਿਵਾਦ ਅੱਗੇ ਵੱਧ ਗਿਆ। ਕੀ ਕਹਿੰਦੇ ਹੋ? ਪਹਿਲੇ ਵੀ ਸਿੱਧੂ ਉਹਨਾਂ ਨੇ 4 ਸਲਾਹਕਾਰ ਲਾਏ ਸੀਗੇ, 4 ਵਿੱਚੋਂ ਇੱਕ ਮੁਹੰਮਦ ਮੁਸਤਫਾ, ਉਹ ਇਨਕਾਰ ਕਰ ਗਏ ਸੀਗੇ ਕਿ ਮੈਂ ਸਿਆਸੀ ਉਸ ਨੂੰ ਨਹੀਂ ਲੈ ਸਕਦਾ। ਬਾਕੀ ਜਿਹੜੇ 3 ਸਲਾਹਕਾਰ ਸੀਗੇ, 3 ਵਿੱਚੋਂ ਇੱਕ ਮਲਵਿੰਦਰ ਮਾਲੀ ਜੀ, ਉਹਨਾਂ ਨੇ ਕੁਝ ਐਦਾਂ ਦੇ ਰਫੜ ਪਾਤੇ ਜੋ ਸਿੱਧੂ ਦੇ ਸਲਾਹਕਾਰ ਦੇ ਰੂਪ ਵਿੱਚ ਕਿਸੇ ਵੀ ਫਰੇਮ ਵਿੱਚ ਫਿੱਟ ਨਹੀਂ ਹੁੰਦੇ। ਗੱਲ ਉਹਨਾਂ ਨੇ ਪਾਕਿਸਤਾਨ ਦਾ ਜਿਹੜਾ ਕਸ਼ਮੀਰ ਦੇ ਉੱਤੇ, ਇਹ ਗੱਲ ਉਹਨਾਂ ਨੇ ਇੱਕ ਬਿਆਨ ਦੇ ਕੇ ਵਿਵਾਦਾਂ ਵਿੱਚ ਪੈ ਗਏ ਕਿ ਕਸ਼ਮੀਰ ਦੇ ਉੱਤੇ ਭਾਰਤ ਦਾ ਜ਼ਬਰਦਸਤੀ ਕਬਜ਼ਾ ਹੈਗਾ। ਜਦ ਗੱਲ ਕਸ਼ਮੀਰ ਦੀ ਹੁੰਦੀ ਹੈ, ਗੱਲ ਜਦ ਦੇਸ਼ ਦੀ ਹੁੰਦੀ ਹੈ, ਭਾਵੇਂ ਉਹ ਕਾਂਗਰਸ ਹੋਏ, ਭਾਵੇਂ ਉਹ ਭਾਜਪਾ ਹੋਏ ਜਾਂ ਕੋਈ ਹੋਰ ਪੋਲੀਟੀਕਲ ਪਾਰਟੀ, ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਹੋਣਾ ਚਾਹੀਦਾ ਹੈ, ਇੱਕ ਮੰਚ ਤੋਂ ਇੱਕ ਸਟੇਟਮੈਂਟ ਦੇਣੀ ਚਾਹੀਦੀ ਹੈ। ਪਰ ਕੁਝ ਵੱਖਰੀ ਰਾਹ ਚੁਣ ਕੇ ਮਾਲਵਿੰਦਰ ਮਾਲੀ ਉਹਨਾਂ ਨੇ ਨਾ ਇੱਕ ਰਫੜ ਪਾਇਆ, ਬਲਕਿ ਸਿੱਧੂ ਉਹਨਾਂ ਵਾਸਤੇ ਵੀ ਇੱਕ ਮੁਸੀਬਤਾਂ ਖੜੀ ਕਰ ਦਿੱਤੀ ਹੈ। ਮੈਨੂੰ ਇਹ ਲੱਗਦਾ ਹੈ ਕਿ ਸਲਾਹਕਾਰ ਨਿਯੁਕਤ ਕਰਨ ਤੋਂ ਪਹਿਲੇ ਵੀ ਔਰ ਹੁਣ ਸਲਾਹਕਾਰ ਨਿਯੁਕਤ ਕਰਨ ਤੋਂ ਬਾਅਦ ਵੀ ਉਹ ਸਿੱਧੂ ਸਾਹਿਬ ਨੂੰ ਮਾਲੀ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਜੋ ਵੀ ਹੁਣ ਬਿਆਨ ਮਾਲੀ ਸਾਹਿਬ ਦਿੰਦੇ ਨੇ ਉਹ ਸਿੱਧਾ ਸਿੱਧੂ ਉਹਨਾਂ ਦੇ ਖਾਤੇ ਦੇ ਵਿੱਚ ਵੀ ਪੈਂਦਾ ਹੈ। ਜਾਂ ਫਿਰ ਸਿੱਧੂ ਸਾਹਿਬ ਨੂੰ ਇਹ ਗੱਲ ਕਲੈਰੀਫਾਈ ਕਰਨੀ ਚਾਹੀਦੀ ਹੈ ਕਿ ਉਹ ਮਾਲੀ ਉਹਨਾਂ ਦੀ ਦਿੱਤੀ ਹੋਈ ਸਟੇਟਮੈਂਟ ਤੇ ਹਟਦੇ ਨੇ ਜਾਂ ਇਸ ਗੱਲ ਨੂੰ ਅਪੋਜ਼ ਕਰਦੇ ਨੇ। ਅੱਜ 2 ਸਲਾਹਕਾਰ, ਮੀਡੀਆ ਸਲਾਹਕਾਰ ਉਹਨਾਂ ਨੇ ਹੋਰ ਅਪਾਇੰਟ ਕੀਤੇ, ਸਾਡੇ ਮੀਡੀਆ ਦੇ ਹੀ ਭਰਾ ਨੇ, ਔਰ ਅਸੀਂ ਚਾਹੁੰਦੇ ਹਾਂ ਕਿ ਵੀ ਉਹ ਸਿੱਧੂ ਸਾਹਿਬ ਨੂੰ ਸਹੀ ਸਲਾਹਾਂ ਦੇਣ, ਮਾਲੀ ਸਾਹਿਬ ਵਰਗੇ ਕੰਟਰੋਵਰਸ਼ੀਅਲ ਬਿਆਨ ਨਾ ਦੇਣ, ਔਰ ਸਿੱਧੂ ਸਾਹਿਬ ਨੂੰ ਸਹੀ ਸਲਾਹ ਦੇ ਕੇ ਸਹੀ ਰਾਹ ਤੇ ਤੋਰਨ, ਜਿਹਦੇ ਨਾਲ ਸਾਡੇ ਜਿਹੜੇ ਮੀਡੀਆ ਦੇ ਸਾਥੀ ਹੈਗੇ ਆ ਉਹਨਾਂ ਦਾ ਵੀ ਮਾਣ ਉੱਚਾ ਹੋਏ ਔਰ ਸਿੱਧੂ ਸਾਹਿਬ ਦਾ ਵੀ ਸਿਆਸੀ ਕੱਦ ਉਹਨਾਂ ਦੀ ਸੇਵਾਵਾਂ ਲੈਣ ਤੋਂ ਬਾਅਦ ਉੱਚਾ ਹੋਏ। ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ ਔਰ ਸਿੱਧੂ ਸਾਹਿਬ ਨੂੰ ਇਹ ਵੀ ਸਮਝਾਉਂਦੇ ਹਾਂ ਕਿ ਸਲਾਹਕਾਰ ਨਿਯੁਕਤ ਕਰਨ ਤੋਂ ਬਾਅਦ ਸਲਾਹ ਲੈਣੀ ਵੀ ਜ਼ਰੂਰੀ ਹੁੰਦੀ ਹੈ, ਔਰ ਭਾਵੇਂ ਉਹ ਮੰਨਣੀ ਜ਼ਰੂਰੀ ਨਹੀਂ ਹੁੰਦੀ, ਪਰ ਸਲਾਹ ਲੈਣ ਦੇ ਵਾਸਤੇ ਵੀ ਹਿੰਮਤ ਚਾਹੀਦੀ ਹੁੰਦੀ ਹੈ, ਪੇਸ਼ੈਂਸ ਚਾਹੀਦੀ ਹੁੰਦੀ ਹੈ, ਜੋ ਹਜੇ ਤੱਕ ਸਿੱਧੂ ਉਹਨਾਂ ਦੇ ਅੰਦਰ ਉਹ ਪੇਸ਼ੈਂਸ ਨਜ਼ਰ ਨਹੀਂ ਆਈ। ਕਿਉਂਕਿ ਜਦ ਵੀ ਸਿੱਧੂ ਉਹਨਾਂ ਦੇ ਨਾਲ ਕੋਈ ਵੀ ਉਹਨਾਂ ਦਾ ਸਲਾਹਕਾਰ ਐਡਵਾਈਸ ਦੇਣ ਦੀ ਕੋਸ਼ਿਸ਼ ਕਰਦੇ ਹੈ ਤੇ ਸਿੱਧੂ ਸਾਹਿਬ ਹਮੇਸ਼ਾ ਇੱਕੋ ਗੱਲ ਦੀ ਸ਼ੁਰੂਆਤ ਕਰਦੇ ਨੇ ਕਿ ਮੈਨੂੰ ਸਭ ਪਤਾ ਹੈ। ਜੇ ਉਹਨਾਂ ਨੂੰ ਸਭ ਪਤਾ ਹੈ ਫਿਰ ਸਲਾਹਕਾਰਾਂ ਦੀ ਕੋਈ ਲੋੜ ਨਹੀਂ। ਜੇ ਸਲਾਹਕਾਰ ਨਿਯੁਕਤ ਕੀਤੇ ਨੇ ਤੇ ਉਹਨਾਂ ਦੀ ਸਲਾਹ ਲੈਣ, ਉਹਨਾਂ ਦੀ ਸਲਾਹ ਦੇ ਹਿਸਾਬ ਨਾਲ ਚੱਲਣ, ਤਾਂ ਕਿ ਉਹ ਵੀ ਤਰੱਕੀ ਕਰਨ ਤੇ ਸਲਾਹਕਾਰ ਵੀ ਤਰੱਕੀ ਕਰਨ। ਦੇਖੋ ਭਾਸਕਰ ਸਾਹਿਬ,
ਕੋਈ ਦੋ ਰਾਵਾਂ ਨਹੀਂ, ਜਿੰਨੇ ਵੀ ਲੋਕ ਸਿੱਧੂ ਸਾਹਿਬ ਦੀ ਟੀਮ 'ਚ ਸ਼ਾਮਲ ਹੋਏ ਆ ਬਿਹਤਰੀਨ ਨੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਉਹਨਾਂ ਨੇ ਚੁਣ ਕੇ ਲਾਏ ਹੋਣਗੇ ਉਹਨਾਂ ਦੇ ਨਜ਼ਰੀਓਂ। ਲੇਕਿਨ ਅਕਸਰ ਜਦੋਂ ਤੁਸੀਂ ਆਪਣੀ ਪਹਿਲੀ ਚੋਣ ਕਰਦੇ ਹੋ, ਪਹਿਲੇ ਲੋਕਾਂ ਨੂੰ ਆਪਣੇ ਘੇਰੇ 'ਚ ਲਿਆਉਂਦੇ ਹੋ, ਤਾਂ ਉਹ ਰਿਫਲੈਕਸ਼ਨ ਵੀ ਹੁੰਦੀ ਆ ਕਿ ਤੁਹਾਡਾ ਮਾਈਂਡ ਸੈਟ, ਤੁਹਾਡਾ ਇੰਟੈਲੈਕਟ ਲੈਵਲ, ਤੁਸੀਂ ਕਿਸ ਦਿਸ਼ਾ ਨੂੰ ਅੱਗੇ ਵਧਣਾ ਹੈ, ਤੁਸੀਂ ਕਿਸ ਤਰ੍ਹਾਂ ਦੀ ਰੂਪ ਰੇਖਾ ਬਣਾ ਰਹੇ ਹੋ, ਉਹ ਸਭ ਉਹਦੇ 'ਚੋਂ ਝਲਕਦਾ ਹੁੰਦਾ ਹੈ। ਸੋ ਪ੍ਰਗਟ ਸਿੰਘ ਦੇ ਰੂਪ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਇੱਕ ਬਿਹਤਰੀਨ ਨਿਯੁਕਤੀ ਕੀਤੀ ਹੈ। ਬਾਕੀ ਨਿਯੁਕਤੀਆਂ ਨੂੰ ਲੈ ਕੇ ਉਹਨਾਂ ਦਾ ਆਪਣਾ ਵੱਖਰਾ ਨਜ਼ਰੀਆ ਹੋ ਸਕਦਾ ਹੈ, ਲੇਕਿਨ ਜਿਨ੍ਹਾਂ ਨੂੰ ਵੀ ਇਹ ਜ਼ਿੰਮੇਵਾਰੀ ਮਿਲੀ ਆ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਬਿਹਤਰ ਤਰੀਕੇ ਨਾਲ ਪੰਜਾਬ ਦੀ ਉਸਾਰੀ ਦੇ ਵਿੱਚ ਆਪਣਾ ਯੋਗਦਾਨ ਪਾਉਣ। ਲੇਕਿਨ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਉਸਾਰੀ 'ਚ, ਕਿਉਂਕਿ ਉਹ ਗੱਲ ਪੰਜਾਬ ਦੀ ਕਰ ਰਹੇ ਆ, ਉਹਨਾਂ ਨੇ ਸਲੋਗਨ ਵੀ ਗੱਲ ਪੰਜਾਬ ਦੀ ਦਿੱਤਾ ਹੈ, ਉਹਨਾਂ ਨੇ ਵੈਬਸਾਈਟ ਵੀ ਗੱਲ ਪੰਜਾਬ ਦੀ ਬਣਾਈ ਹੈ। ਸੋ ਉਹ ਪੰਜਾਬ ਦੀ ਉਸਾਰੀ ਲਈ ਨਿਕਲ ਪਏ। 100 ਦਿਨ ਏਡੇ ਵੱਡੇ ਬੰਦੇ ਲਈ ਘਰੋਂ ਬਾਹਰ ਰਹਿਣਾ ਥੋੜਾ ਜਿਹਾ ਟਫ ਹੁੰਦਾ। ਵੱਡੇ ਬਾਦਲ ਸਾਹਿਬ ਨੂੰ ਆਦਤ ਸੀ ਕਿ ਉਹ ਘਰੋਂ ਬਾਹਰ ਮੂਵ ਕਰਦੇ ਹੀ ਸੀਗੇ। ਸੁਖਬੀਰ ਸਿੰਘ ਬਾਦਲ ਲਈ ਇਹ ਟਫ ਟਾਸਕ ਸੀ। ਪਹਿਲੇ ਦਿਨ ਹੀ ਉਹਨਾਂ ਨੂੰ ਕਈ ਦੁਸ਼ਵਾਰੀਆਂ ਦਾ ਸਾਹਮਣਾ ਸੀ। ਕਿਸਾਨ ਵੀ ਮਿਲੇ ਰਾਹ ਦੇ ਵਿੱਚ, ਕਿਸਾਨਾਂ ਦਾ ਨਾਅਰੇਬਾਜ਼ੀ ਦਾ ਝੰਡੇ ਦਿਖਾ ਕੇ ਵਿਰੋਧ ਕਰਨ ਦਾ ਤਰੀਕਾ ਆਪਣਾ। ਪੁਲਿਸ ਬਹੁਤ ਜਗ੍ਹਾ ਤੇ ਉਹਨਾਂ ਨੂੰ ਬਚਾਉਂਦੀ ਹੋਈ ਨਜ਼ਰ ਆਈ ਹੈ, ਉਹਨਾਂ ਦੇ ਵਰਕਰ ਵੀ ਆਪਸ ਵਿੱਚ ਉਲਝਦੇ ਨਜ਼ਰ ਆਏ ਆ। ਸੋ ਉਹ ਇਸ ਮੂਵ ਨੂੰ ਆਪਣੀ ਮਕਸਦ ਸੱਤਾ ਪ੍ਰਾਪਤੀ, ਕੁਰਸੀ, ਮੁੱਖ ਮੰਤਰੀ ਬਣਨ ਤੱਕ ਕਿਵੇਂ ਲੈ ਕੇ ਜਾਣਗੇ, ਇਹ ਇਹਨਾਂ ਦਿਨਾਂ 'ਚ ਹਾਲਾਤ ਉਹਨੇ ਸਾਜ਼ਗਰ ਨਹੀਂ ਤੇ ਅਗਲੇ ਦਿਨਾਂ 'ਚ ਹਾਲਾਤ ਹੋਰ ਟੇਢੇ ਹੋ ਸਕਦੇ ਆ। ਕਿਵੇਂ ਦੇਖ ਰਹੇ ਹੋ? ਅਗਰ ਸੁਖਬੀਰ ਬਾਦਲ ਉਹਨਾਂ ਦਾ ਸਿਆਸੀ ਜੀਵਨ ਦੇਖੋ ਤੇ ਉਹਦੇ ਵਿੱਚ ਹਜੇ ਤੱਕ ਉਹ ਬਤੌਰ ਡਿਪਟੀ ਚੀਫ ਮਿਨਿਸਟਰ ਦੇ ਤੌਰ ਤੇ ਉਹਨਾਂ ਨੇ 10 ਸਾਲ ਕੰਮ ਕੀਤਾ ਤਕਰੀਬਨ। ਔਰ 10 ਸਾਲਾਂ ਦੇ ਵਿੱਚ ਇੱਕ ਦੌਰ ਇਹ ਵੀ ਆਇਆ ਸੀਗਾ ਕਿ ਸੁਖਬੀਰ ਬਾਦਲ ਉਹਨਾਂ ਨੂੰ ਬਹੁਤੇ ਪੱਤਰਕਾਰ ਲੋਕੀ ਸੀਰੀਅਸਲੀ ਨਹੀਂ ਲੈਂਦੇ ਸੀ। ਉਹਨਾਂ ਦੀ ਗੱਲਾਂ ਨੂੰ ਗੱਪ ਦਾ ਨਾਂ ਵੀ ਦਿੱਤਾ ਜਾਂਦਾ ਸੀ। ਹੌਲੇ ਕਰਕੇ 2012 ਆਇਆ। 2012 ਦੇ ਵਿੱਚ ਭਾਵੇਂ ਏਦਾਂ ਲੱਗਦਾ ਸੀਗਾ ਕਿ ਸ਼ਾਇਦ ਅਕਾਲੀ ਦਲ ਰਿਪੀਟ ਨਹੀਂ ਹੋਏਗਾ। ਉਹ ਰਿਵਾਇਤ ਪੰਜਾਬ ਦੀ, ਜਿਹਦੇ ਵਿੱਚ ਵਾਰੀ ਦੀ ਰਾਜਨੀਤੀ ਹੁੰਦੀ ਹੈ, 5 ਸਾਲ ਇੱਕ ਪਾਰਟੀ ਦੀ ਸਰਕਾਰ ਤੇ ਅਗਲੇ 5 ਸਾਲ ਦੂਜੀ ਪਾਰਟੀ ਦੀ ਸਰਕਾਰ, ਯਾਨੀ ਹਰ 5 ਸਾਲ ਬਾਅਦ ਸਰਕਾਰਾਂ ਬਦਲ ਜਾਂਦੀ ਸੀ। ਉਸ ਰਿਵਾਇਤ ਨੂੰ ਵੀ ਤੋੜਿਆ ਸੁਖਬੀਰ ਬਾਦਲ। ਇਹਨੂੰ ਪਿੰਡਾਂ 'ਚ ਉੱਤਰ ਕਾਟੋ ਮੈਂ ਚੜਾਂ ਦੀ ਰਾਜਨੀਤੀ ਕਹਿੰਦੇ ਆ। ਔਰ ਉਹਦੇ ਵਿੱਚ ਦੇਖੋ ਰੰਧਾਵਾ ਜੀ, ਪਹਿਲੀ ਵਾਰ ਹੋਇਆ ਕਿ ਸੁਖਬੀਰ ਬਾਦਲ ਉਹਨਾਂ ਦੀ ਇਮੇਜ ਇੱਕ ਬਹੁਤ ਵਧੀਆ ਇਲੈਕਸ਼ਨ ਇੰਜੀਨੀਅਰ ਦੇ ਨਾਂ ਤੇ ਵੀ ਬਣੀ। ਯਾਨੀ ਇਲੈਕਸ਼ਨ ਦੀ ਇੰਜੀਨੀਅਰਿੰਗ ਸੁਖਬੀਰ ਬਾਦਲ ਹੀ ਜਾਣਦੇ ਨੇ, ਜੋ ਆਪਣੇ ਸਮੀਕਰਨ ਬਿਠਾ ਕੇ ਕਿਸੇ ਸਰਕਾਰ ਨੂੰ ਦੂਜੀ ਵਾਰ ਰਿਪੀਟ ਕਰਵਾ ਸਕਦੇ ਨੇ। ਹੁਣ ਜਦ ਗੱਲ ਤੁਸੀਂ ਸੁਖਬੀਰ ਬਾਦਲ ਉਹਨਾਂ ਦੀ ਮਿਹਨਤ ਦੀ ਕੀਤੀ ਤੇ ਵਾਕਈ ਪਿਛਲੇ ਸਾਲ 1.5 ਸਾਲ ਤੋਂ ਇੱਕੋ ਹੀ ਇੱਕ ਸਿਆਸੀ ਜਿਹੜੇ ਪੋਲੀਟੀਸ਼ੀਅਨ ਹੈਗੇ ਨੇ ਉਹ ਸੁਖਬੀਰ ਬਾਦਲ ਹੁੰਦੇ ਆ ਕਿ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਪਬਲਿਕ ਦੇ ਵਿੱਚ ਵਿਚਰ ਕੇ ਆਪਣੀ ਪਾਰਟੀ ਨੂੰ ਸਟਰੈਂਥਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ 100 ਦਿਨ ਦਾ ਪ੍ਰੋਗਰਾਮ ਸੌਖਾ ਨਹੀਂ ਹੈ ਨਾ। ਭਾਵੇਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਬਿਸਤਰ ਕਾਂਗਰਸ ਭਵਨ ਦੇ ਵਿੱਚ ਲਾਉਣ ਦੀ ਗੱਲ ਕੀਤੀ ਸੀ, ਲਾ ਵੀ ਲਿਆ। 100 ਦਿਨ ਸੜਕਾਂ ਤੇ ਰਹਿਣਾ, ਲੋਕਾਂ ਦੇ ਵਿੱਚ ਵਿਚਰਨਾ ਬੜਾ ਔਖਾ ਹੈ। ਉਹ ਵੀ ਤਦ ਜਦ ਕਿਸਾਨੀ ਸੰਗਠਨ, ਕਿਸਾਨੀ ਅੰਦੋਲਨ ਦੇ ਕਰਕੇ ਤੁਹਾਡਾ ਸੜਕਾਂ ਦੇ ਉੱਤੇ ਵਿਰੋਧ ਹੋਣ ਦੇ ਪੂਰੇ ਚਾਂਸਸ ਹੋਣੇ ਚਾਹੀਦੇ ਸੀਗੇ, ਹੋਏ ਸੀਗੇ। ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਸੀਗਾ ਕਿ ਹੋ ਸਕਦਾ ਹੈ ਕਿ ਉਹਨਾਂ ਦਾ ਵਿਰੋਧ ਹੋਏ, ਪਰ ਅੱਜ ਵਿਰੋਧ ਹੋ ਗਿਆ। ਹੁਣ ਅਗਰ ਇਹ ਵਿਰੋਧ ਜ਼ਿਆਦਾ ਵੱਧ ਜਾਂਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਉਹਨਾਂ ਦੇ ਵਾਸਤੇ ਇੱਕ ਬੜੀ ਮੁਸੀਬਤ ਖੜੀ ਹੋ ਸਕਦੀ ਹੈ। ਉਸ ਵਿਰੋਧ ਦੇ ਵਿੱਚ ਕਿਸੇ ਤਰੀਕੇ ਦੀ ਹਿੰਸਾ ਹੋ ਜਾਂਦੀ ਹੈ ਤੇ ਇਹ 100 ਦਿਨ ਦੀ ਯਾਤਰਾ ਜਲਦੀ ਖਤਮ ਕਰਨੀ ਪੈ ਸਕਦੀ ਹੈ। ਟਕਰਾਵ ਦੀ ਸਥਿਤੀ ਨਾ ਆਏ, ਇਸ ਕਰਕੇ ਸੁਖਬੀਰ ਬਾਦਲ ਉਹਨਾਂ ਨੂੰ ਅਨਪਲੈਨਡ ਤਰੀਕੇ ਨਾਲ ਹੀ ਆਪਣੀ ਯਾਤਰਾ ਨੂੰ ਪੂਰਾ ਕਰਨਾ ਚਾਹੀਦਾ ਹੈ। ਜੇ ਬਹੁਤਾ ਇਸ ਯਾਤਰਾ ਨੂੰ ਇੱਕ ਮੀਡੀਆ ਕਵਰੇਜ ਦੇਣ ਦੀ ਕੋਸ਼ਿਸ਼ ਕਰਨਗੇ ਜਾਂ ਹੋ ਹੱਲਾ ਕਰਨ ਦੀ ਕੋਸ਼ਿਸ਼ ਕਰਨਗੇ, ਫਿਰ ਸੰਘਰਸ਼ ਵੀ ਹੋ ਹੱਲੇ ਤਰੀਕੇ ਨਾਲ ਹੀ ਹੋ ਸਕਦਾ ਹੈ, ਜਿਹਦੇ ਕਰਕੇ ਸੁਖਬੀਰ ਬਾਦਲ ਵਾਸਤੇ ਪਰੇਸ਼ਾਨੀ ਖੜੀ ਹੋ ਸਕਦੀ ਹੈ। ਪਰ ਲੋਕਾਂ ਦੇ ਵਿੱਚ ਅਗਰ ਉਹ ਜਾਣਗੇ, ਅਗਰ ਵਾਕਈ ਉਹਦੇ ਵਿੱਚ ਸਿਰਫ ਅਕਾਲੀ ਵਰਕਰ ਨਹੀਂ ਆਮ ਲੋਕੀ ਹੋਣਗੇ ਤੇ 10 ਸਾਲਾਂ ਦਾ ਹਿਸਾਬ ਵੀ ਤੁਹਾਨੂੰ ਦੇਣਾ ਪਏਗਾ। ਤੁਹਾਡੀ ਵੀ ਜਿਹੜਾ 10 ਸਾਲ ਦੇ ਟੈਨਿਓਰ ਦੇ ਵਿੱਚ ਬਹੁਤ ਸਾਰੀ ਇੱਦਾਂ ਦੀ ਗੱਲਾਂ ਸੀਗੀ ਜਿਹਦੇ ਉੱਤੇ ਤੁਸੀਂ ਕੁਝ ਨਹੀਂ ਕੀਤਾ, ਪ੍ਰੋਮਿਸਿਸ ਕੀਤੇ। ਪ੍ਰੋਮਿਸਿਸ ਤੋਂ ਬਾਅਦ ਨਾ ਲੈਪਟਾਪ ਵੰਡੇ, ਨਾ ਹੋਰ ਕਈ ਇਸ ਤਰ੍ਹਾਂ ਦੇ ਕੰਮ ਹੋਏ ਜਿਹਦੇ ਕਰਕੇ ਤੁਸੀਂ ਵਾਅਦੇ ਕੀਤੇ ਸੀਗੇ, ਉਹਦਾ ਹਿਸਾਬ ਵੀ ਲੋਕ ਮੰਗਣਗੇ। ਔਰ ਜਦ ਲੋਕ ਹਿਸਾਬ ਮੰਗਦੇ ਨੇ ਔਰ ਤੁਸੀਂ ਜਵਾਬ ਨਹੀਂ ਦਿੰਦੇ ਤੇ ਜੋ ਤੁਹਾਨੂੰ ਤਾਰੀਫ ਮਿਲਣੀ ਹੈ, ਜੋ ਤੁਹਾਨੂੰ ਫਾਇਦਾ ਹੋਣਾ ਹੈ, ਉਹਦੀ ਜਗ੍ਹਾ ਪਾਰਟੀ ਨੂੰ ਨੁਕਸਾਨ ਵੀ ਹੋ ਸਕਦਾ ਹੈ। ਬਿਲਕੁਲ ਭਾਸਕਰ ਸਾਹਿਬ, ਕਿਉਂਕਿ
ਮੁੱਦੇ ਤਾਂ ਅੱਜ ਵੀ ਉਹੀ ਖੜੇ ਨੇ ਕਾਂਗਰਸ ਦੇ ਸਾਹਮਣੇ, ਜਿਨ੍ਹਾਂ ਨੂੰ ਅਕਾਲੀ ਦਲ ਹੈਂਡਲ ਨਹੀਂ ਕਰ ਪਾਇਆ, ਐਡਰੈਸ ਨਹੀਂ ਕਰ ਪਾਇਆ ਤੇ ਸੱਤਾ ਤੋਂ ਬਾਹਰ ਹੋ ਗਿਆ। ਅੱਜ ਵੀ ਪੰਜਾਬ ਦੇ ਸਿਰ ਕਰਜ਼ੇ ਦਾ ਉਵੇਂ ਹੀ ਭਾਰ ਹੈ ਤੇ ਅੱਜ ਵੀ ਬੇਰੁਜ਼ਗਾਰੀ ਮੂੰਹ ਚੜ੍ਹ ਕੇ ਬੋਲਦੀ ਹੈ। ਅੱਜ ਵੀ ਨਸ਼ੇ ਉਹੀ ਮੁੱਦਾ ਨੇ ਤੇ ਬੇਅਦਬੀ ਮਾਮਲੇ ਅਜੇ ਤੱਕ ਐਡਰੈਸ ਨਹੀਂ ਹੋਏ। ਸੋ ਜਦੋਂ ਤੁਸੀਂ ਮਾਰਕੀਟ 'ਚ ਜਾਓਗੇ ਤੇ ਮਾਰਕੀਟ ਦੇ ਵਿੱਚ ਤੁਹਾਡੇ ਖਿਲਾਰੇ ਹੋਏ ਰਹਿਤੇ ਨੂੰ ਫਿਰ ਉਦਾਂ ਹੀ ਤੁਹਾਨੂੰ ਫੇਸ ਕਰਨਾ ਪਊਗਾ। ਉਹ ਸਥਿਤੀ ਤਾਂ ਉਹੀ ਹੈ। ਖੈਰ, ਜੇਕਰ ਮੈਨੇਜਮੈਂਟ ਨਾਲ ਤੁਸੀਂ ਇਹਨੂੰ ਬਦਲਣਾ ਚਾਹੁੰਦੇ ਹੋ, ਤੁਹਾਨੂੰ ਹੱਕ ਹਕੂਕ ਨੇ, ਤੁਸੀਂ ਆਪਣੇ ਵਰਕਰਾਂ 'ਚ ਜਾਓ, ਆਪਣੀ ਗੱਲ ਰੱਖੋ। ਪੰਜਾਬ ਦੀ ਰਾਜਨੀਤੀ 'ਚ ਤੁਹਾਡਾ ਸਥਾਨ ਹੈ, ਬਹੁਤ ਵੱਡਾ ਸਥਾਨ ਹੈ। ਪਰ ਇਹ ਵੀ ਨਾ ਭੁੱਲੋ ਕਿ ਪੰਜਾਬ ਦੇ ਜਿਹੜੇ ਲੋਕ ਵਿਰੋਧ ਕਰ ਰਹੇ ਆ, ਉਹ ਵੀ ਤੁਹਾਡਾ ਵੋਟਰ ਰਿਹਾ ਕਦੇ ਕਿਸਾਨੀ। ਉਹ ਧਾਰਮਿਕ ਪੰਥਕ ਮਾਮਲੇ ਵੀ ਤੁਹਾਡੇ ਹੀ ਆਪਣੇ ਨੇ। ਸੋ ਇਸ ਵਿਰੋਧ ਨੂੰ ਵਿਰੋਧ ਨਾ ਸਮਝੋ, ਇਹਨੂੰ ਐਡਰੈਸ ਕਰਨ ਦਾ ਯਤਨ ਕਰੋ। ਇਸ ਵਿਰੋਧ ਨੂੰ ਘਟਾਉਣ ਲਈ ਜੋ ਲੋਕ ਚਾਹ ਰਹੇ ਆ, ਉਸ ਦਿਸ਼ਾ ਲਈ ਵੀ ਕਦਮ ਵਧਾਓ। ਸੁਖਬੀਰ ਸਿੰਘ ਬਾਦਲ ਲਈ ਇਹ ਲੋਕ ਓਪਰੇ ਨਹੀਂ, ਪਰਾਏ ਨਹੀਂ, ਉਹਨਾਂ ਦੇ ਆਪਣੇ ਆ। ਪਰ ਖੈਰ, ਸਿਰਫ ਆਪਣੀ ਰਾਜਨੀਤੀ ਸਾਧਣ ਲਈ ਜੇ ਅੱਗੇ ਵਧੋਗੇ ਤਾਂ ਰਾਹ ਦੇ ਵਿੱਚ ਲੋਕ ਹੀ ਮਿਲਣਗੇ। ਰੋੜੇ ਦੇ ਰੂਪ ਚ ਲਓਗੇ ਤਾਂ ਰੋੜੇ ਵਾਂਗ ਮਿਲਣਗੇ। ਜੇਕਰ ਗਲਵਕੜੀ ਨਾ ਵਧਣਾ ਚਾਹੋਗੇ ਤਾਂ ਤੁਹਾਨੂੰ ਆਪਣੇ ਫੈਸਲੇ, ਆਪਣੀਆਂ ਨੀਤੀਆਂ 'ਚ ਤਬਦੀਲੀ ਕਰਨੀ ਪਊਗੀ। ਲੋਕਾਂ ਦੇ ਨਜ਼ਰ ਅਨੁਸਾਰ ਅੱਗੇ ਵਧਣਾ ਪਊਗਾ। ਔਖਾ ਟਫ ਟਾਸਕ ਹੈ, ਹੱਥ 'ਚ ਲਿਆ ਔਰ ਉਮੀਦ ਕਰਦੇ ਹਾਂ ਕਿ ਅੱਗੇ ਵੱਧਦਾ ਜਾਊਗਾ। ਰਾਹ 'ਚ ਨਹੀਂ ਰੋਕਣਾ ਪਊਗਾ। ਬਹੁਤ ਮਿਹਰਬਾਨੀ। ਧੰਨਵਾਦ ਜੀ।